ਸਾਹਿਬ ਸਾਬਕਾ ਸਰਕਾਰਾਂ ਦੇ ਉੱਤੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਸਵਾਲ ਚੁੱਕ ਰਹੇ ਨੇ। ਦੇਖੋ ਗੱਲ ਆਪਾਂ ਸਿਰਫ ਬਟਾਲਾ ਦੀ ਵੀ ਕਰ ਸਕਦੇ ਹਾਂ, ਪਰ ਗੱਲ ਇੱਥੇ ਪੰਜਾਬ ਦੇ ਲੋਕ ਤਾਂ ਜਾਣਨਾ ਔਰ ਸਮਝਣਾ ਚਾਹੁੰਦੇ ਨੇ ਕਿ ਇਹ ਗੈਂਗਸਟਰਵਾਦ ਕਿਵੇਂ ਆਇਆ ਪੰਜਾਬ ਦੇ ਵਿੱਚ ਤੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕੀਤਾ ਕੀ। ਅਕਾਲੀ ਦਲ ਵੀ ਕਹਿੰਦਾ 5 ਸਾਲ ਰਿਹਾ ਜੀ ਸਰਕਾਰ ਦੇ, ਕਾਂਗਰਸ ਦੇ ਉਸ ਸਮੇਂ ਵੀ ਇਹ ਸਭ ਕੁਝ ਹੋਇਆ ਔਰ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਤੁਹਾਡੇ ਵਾਲੇ ਪਾਸੇ ਵੀ ਉਂਗਲ ਚੁੱਕਦੇ ਨੇ। गौरव जी, जो लॉ एंड ऑर्डर दी प्रेजेंट सिचुएशन है, हालात है, इन्ने माड़े हालात पंजाब दे पिछले 2 दहाकिਆਂ ਦੇ ਵਿੱਚ ਕਦੇ ਰਹੇ ਨਹੀਂ। ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਪੰਜਾਬ ਦਾ ਲॉ ਐਂਡ ਆਰਡਰ ਹੈਜ਼ ਬੀਨ ਇਨ ਸ਼ੈਂਬਲਸ, ਬਿਲਕੁਲ ਬ੍ਰੇਕਡਾਊਨ ਹੋ ਚੁੱਕਿਆ ਹੈ। ਦੂਜੀ ਗੱਲ, ਹੁਣ ਸਾਰਾ ਕੁਝ ਡਿਪੈਂਡ ਕਰਦਾ ਹੈ ਸਰਕਾਰ ਦੇ ਐਟੀਟਿਊਡ ਤੇ ਗੌਰਵ ਜੀ, ਗੈਂਗਸਟਰ ਕਲਚਰ ਨੂੰ ਖਤਮ ਕਰ ਸਕਣਗੇ ਕਿ ਨਹੀਂ। ਕਿਉਂਕਿ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਬਲਕੌਰ ਜੀ ਨੇ ਕਿਹਾ ਸੀਗਾ, ਕਹਿੰਦੇ ਇਹ ਜਦੋਂ 2 ਗੈਂਗਸਟਰ ਮਾਰੇ ਗਏ ਸੀ ਨਾ ਸ਼ੂਟ ਆਊਟ ਦੇ ਵਿੱਚ, ਉਹ ਕਹਿੰਦੇ 2 ਗੈਂਗਸਟਰ ਮਾਰਨ ਨਾਲ ਮੇਰਾ ਬੇਟਾ ਵਾਪਸ ਨਹੀਂ ਆਊਗਾ, ਮੈਨੂੰ ਉਦੋਂ ਚੈਨ ਮਿਲੂਗਾ ਜਦੋਂ ਗੈਂਗਸਟਰ ਕਲਚਰ ਪੰਜਾਬ ਚੋਂ ਖਤਮ ਹੋ ਗਿਆ। ਹੁਣ ਸਾਡੀ ਡਿਮਾਂਡ ਸਰਕਾਰ ਨੂੰ ਪਹਿਲਾਂ ਤਾਂ ਇਹ ਹੈ ਕਿ ਆਪਦਾ ਐਟੀਟਿਊਡ ਠੀਕ ਕਰੋ, ਕਿਉਂਕਿ ਜਦੋਂ ਤੁਸੀਂ ਉਂਗਲ ਕਰਦੇ ਹੋ ਨਾ ਕਿਸੇ ਵੱਲ ਵੀ ਪਹਿਲਾਂ ਬੀਜੇਪੀ ਅਕਾਲੀ ਦਲ ਕਰਕੇ ਇਹ ਚੀਜ਼ ਹੋਇਆ, ਇਹ ਚੀਜ਼ ਹੋਈ, ਇਹ ਕੰਡੇ ਉਹਨਾਂ ਦੇ ਬੀਜੇ ਹੋਏ ਹੈ, ਉਦੋਂ ਇਹ ਪਤਾ ਲੱਗ ਜਾਂਦਾ ਇਹਨਾਂ ਦਾ ਐਟੀਟਿਊਡ, ਇਹਨਾਂ ਦੀ ਮੈਂਟੈਲਿਟੀ ਐਕਸਕਿਊਜ਼ ਮੈਂਟੈਲਿਟੀ ਹੈ, ਸੋਲੂਸ਼ਨ ਮੈਂਟੈਲਿਟੀ ਨਹੀਂ, ਹੱਲ ਕੱਢਣ ਵਾਲੀ ਨਹੀਂ, ਵੇ ਫਾਰਵਰਡ ਵਾਲੀ ਨਹੀਂ। ਦੂਜੀ ਗੱਲ, ਹੁਣ ਮੈਂ ਗਰਗ ਸਾਹਿਬ ਨੂੰ ਇੱਥੇ ਆਮ ਆਦਮੀ ਪਾਰਟੀ ਨੂੰ ਇੱਕ ਸਵਾਲ ਪੁੱਛਣਾ ਹੈ, ਇਹ ਆਪ ਹੀ ਆਪਦੇ ਆਪ ਨੂੰ ਐਕਸਪੋਜ਼ ਕਰ ਦਿੰਦੇ ਆ। ਗਰਗ ਸਾਹਿਬ ਕਹਿੰਦੇ ਵੀ ਪੋਲੀਟੀਕਲ ਪਾਰਟੀਆਂ ਕਰਕੇ ਗੈਂਗਸਟਰਸ ਦਾ ਜਨਮ ਹੋਇਆ, ਪੋਲੀਟੀਕਲ ਪਾਰਟੀਆਂ ਇਹਨਾਂ ਨੂੰ ਯੂਜ਼ ਕਰਦੀ ਸੀ। ਤਾਂ ਗਰਗ ਸਾਹਿਬ 6 ਮਹੀਨੇ ਆਮ ਆਦਮੀ ਪਾਰਟੀ ਨੂੰ ਆਏ ਹੋ ਗਏ, ਉਹ ਪੋਲੀਟੀਕਲ ਪਾਰਟੀਆਂ ਨੂੰ ਉਹ ਬੰਦਿਆਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਗਿਆ? ਇਹ ਤੋਂ ਜਾਂ ਤਾਂ ਇਹ ਪਤਾ ਲੱਗਦਾ ਆਮ ਆਦਮੀ ਪਾਰਟੀ ਝੂਠ ਬੋਲ ਰਹੀ ਹੈ, ਜਾਂ ਇਹ ਪਤਾ ਲੱਗਦਾ ਵੀ ਇਹ ਆਪ ਹੀ ਬਹੁਤ ਇਨਕੇਪੇਬਲ ਨੇ, ਆਪਦੇ ਆਪ ਨੂੰ ਸਰਟੀਫਿਕੇਟ ਦੇਤਾ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ, ਫੇਲਿਅਰ ਦਾ। ਨੰਬਰ 3, ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਕੀ ਹੋਇਆ? ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਕਬੱਡੀ ਪਲੇਅਰਸ ਦਾ ਕਤਲ ਹੋ ਗਿਆ। ਅੱਛਾ, ਇਹਨਾਂ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ, ਗੌਰਵ ਜੀ ਤੁਹਾਨੂੰ ਯਾਦ ਹੋਊਗਾ, which was supposed to work with the intelligence team। ਹੁਣ ਉਹ ਤੋਂ ਬਾਅਦ ਕੀ ਹੋਇਆ? ਇੰਟੈਲੀਜੈਂਸ ਟੀਮ ਨਾਲ ਬਾਰਡਰ ਤੋਂ ਨਾ ਜਿਹੜਾ ਕ੍ਰਾਸ ਬਾਰਡਰ ਅਸਲਾ ਆਉਂਦਾ ਸੀਗਾ ਉਹਨੂੰ ਰੋਕਣਾ was one of the major reasons। ਉੱਥੇ ਅਸਲਾ ਆਉਣਾ ਤਾਂ ਵਧਿਆ, ਲੇਕਿਨ ਕਿਉਂਕਿ ਭਗਵੰਤ ਮਾਨ ਸਾਹਿਬ ਕਦੇ ਹਿਮਾਚਲ, ਕਦੇ ਗੁਜਰਾਤ, ਕਦੇ ਦਿੱਲੀ, ਕਦੇ ਆਪਣਾ ਜਰਮਨੀ, ਕਦੇ ਕਿਤੇ ਹੋਰ ਕੈਂਪੇਨਿੰਗ ਲਈ ਜਾਣਾ ਹੁੰਦਾ ਹੈ, ਉਹ ਤਾਂ ਜਾ ਨਹੀਂ ਸਕੇ। ਗਵਰਨਰ ਸਾਹਿਬ ਨੂੰ 2 ਦਫਾ ਅੱਡ-ਅੱਡ ਥਾਵਾਂ ਤੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾ ਕੇ ਪਰਸਨਲੀ ਅਸੈਸਮੈਂਟ ਕਰਨੀ ਪਈ, ਕਿਉਂਕਿ ਸੀਐਮ ਸਾਹਿਬ ਹੁੰਦੇ ਨਹੀਂ, ਹੋਮ ਪੋਰਟਫੋਲੀਓ ਉਹਨਾਂ ਕੋਲੇ ਹੈ। ਸੋ ਇਥੋਂ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਤਾਂ ਹੋਈਆਂ ਹੀ ਹੋਈਆਂ। ਉਹ ਤੋਂ ਬਾਅਦ ਆਰਪੀਜੀ ਇੰਟੈਲੀਜੈਂਸ ਹੈਡਕੁਆਰਟਰਸ ਤੇ ਫਾਇਰ ਹੋ ਗਿਆ, ਸ਼ਰੇਆਮ ਖੁੱਲੇਆਮ ਥ੍ਰੈਟਾਂ ਹੁਣੀ ਹਾਲ ਹੀ ਦੇ ਵਿੱਚ ਪੁਲਿਸ ਨੂੰ ਆ ਗਏ। ਤੇ ਦੇਖੋ ਗੈਂਗਸਟਰਸ ਇਹਨਾਂ ਸ਼ਰੇਆਮ ਖੁੱਲੇਆਮ ਬੋਲ ਕਿਵੇਂ ਰਹੇ ਆ? ਦੇਖੋ ਇਹਨਾਂ ਨੇ ਜਦੋਂ ਕੋਈ ਐਕਸ਼ਨ ਨਹੀਂ ਲਿਆ, ਜਦੋਂ ਕੋਈ ਡੈਟਰੈਂਸ ਨਹੀਂ, ਅਸੀਂ 2 ਡਿਮਾਂਡਾਂ ਰੱਖੀਆਂ ਗੌਰਵ ਜੀ, ਵਾਰ-ਵਾਰ ਰੱਖੀਆਂ ਵੀ ਵਿਟਨੈਸ ਪ੍ਰੋਟੈਕਸ਼ਨ ਬਿੱਲ ਲੈ ਕੇ ਆਓ। ਵਿਟਨੈਸ ਪ੍ਰੋਟੈਕਸ਼ਨ ਬਿੱਲ ਨਾਲ ਕੀ ਹੋਊਗਾ? ਵਿਟਨੈਸ ਖੁੱਲ ਕੇ ਅੱਗੇ ਆ ਸਕਣਗੇ। ਦੂਜੀ ਅਸੀਂ ਡਿਮਾਂਡ ਕੀ ਰੱਖੀ ਵੀ ਜਿਹੜੀਆਂ ਸਟੇਟ ਦੀਆਂ ਸਾਰੀਆਂ ਜੇਲ੍ਹ ਹੈਗੀਆਂ ਉਹ ਪੂਰੀਆਂ ਆਪਣਾ ਸੇਫ ਗਾਰਡਡ ਹੋਣ, ਪੂਰਾ ਉੱਥੇ ਪੈਰਾ ਫਰਨੀਲਿਆ ਹੋਵੇ, ਵਧੀਆ ਇਕਵਿਪਮੈਂਟ ਹੋਵੇ, ਨਿਗਾਹ ਰੱਖੀ ਜਾਵੇ ਤਾਂ ਕਿ ਗੈਂਗ ਆਪਣਾ ਉਧਰ ਵੀ ਕੋਈ ਆਪਣਾ ਚੀਜ਼ ਹੋਵੇ ਨਾ। ਕਿਉਂਕਿ ਆ ਜਿਹੜਾ ਇੱਕ ਮੁਲਜ਼ਮ ਭੱਜਿਆ ਫਰਾਰ ਹੋਇਆ ਹੈ, ਉਹਦੀ ਬਰੈਕ ਦੇ ਵਿੱਚੋਂ ਜੇਲ੍ਹ ਦੇ ਵਿੱਚ 2 ਮੋਬਾਈਲ ਫੋਨਸ ਮਿਲੇ ਸੀਗੇ, ਜਿੱਥੇ ਉਹ 6 ਮੁਲਜ਼ਮਾਂ ਨਾਲ ਸੀਗਾ, ਉਹਦੇ ਬਾਵਜੂਦ ਇਹ ਚੀਜ਼ ਹੋ ਗਈ। ਠੀਕ ਹੈ, ਚਲੋ ਮੈਂ ਚਰਚਾ ਨੂੰ ਅੱਗੇ ਤੋਰਾਂ, ਆਪਾਂ ਜਵਾਬ ਲਈਏ। ਤੁਹਾਡੇ ਬਹੁਤ ਸਾਰੇ ਪੁਆਇੰਟਸ ਆ ਗਏ ਨੇ, ਮੈਂ ਇਨਫੈਕਟ ਇੱਕ ਵਾਰੀ ਪਹਿਲਾਂ ਜੈਬੰਸ ਜੀ ਦਾ ਰੁਖ ਕਰਦਾ, ਉਸ ਤੋਂ ਬਾਅਦ ਗਰਗ ਸਾਹਿਬ ਤੁਸੀਂ ਇੱਕ ਕਰਕੇ ਜਵਾਬ ਦੇ ਦਿਓ। ਜੈਬੰਸ ਜੀ, ਬਟਾਲੇ ਦੇ ਵਿੱਚ ਜੋ ਕੁਝ ਹੋਇਆ, ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਔਰ ਸਰਕਾਰ ਦੇ ਨੁਮਾਇੰਦੇ ਇੱਥੇ ਕਹਿ ਰਹੇ ਨੇ ਕਿ ਗੱਲ ਗੋਲੀ ਦੀ ਨਹੀਂ ਹੈ, ਅਸੀਂ ਸਖਤੀ ਕਰ ਰਹੇ ਹਾਂ ਔਰ ਗੈਂਗਸਟਰਵਾਦ ਖਤਮ ਕਰਾਂਗੇ। ਲੱਗ ਰਿਹਾ ਕਿ ਉਸ ਵਾਲੇ ਪਾਸੇ ਕਦਮ ਵੱਧ ਰਹੇ ਨੇ। ਹਾਂਜੀ ਗੌਰਵ ਜੀ, ਥੈਂਕ ਯੂ। ਸਭ ਤੋਂ ਪਹਿਲੇ ਤੇ ਗੌਰਵ ਜੀ ਇੱਕ ਗੱਲ ਕਰ ਦਿੱਤੀ ਨੀਲ ਗਰਗ ਜੀ ਨੇ ਆ ਕੇ ਕਿ ਦੇਖੋ ਇਹ ਸਾਰਾ ਕੁਝ 2007 ਤੋਂ ਸ਼ੁਰੂ ਹੋਇਆ ਤੇ ਤੁਸੀਂ ਵੀ ਉਹ ਲਾਈਨ ਫੜ ਲਈ ਤੇ ਉਸ ਲਾਈਨ ਨੂੰ ਪੂਰਾ ਕਰਨ ਵਾਸਤੇ ਆਪਾਂ ਇੱਕ ਬਹੁਤ ਇੰਪੋਰਟੈਂਟ ਡਿਬੇਟ ਦੇ 15 ਮਿੰਟ ਖਤਮ ਕਰ ਦਿੱਤੇ ਨੇ। ਇਹ ਗੱਲ ਚਲੋ ਅੱਜ ਦੇ ਦਿਨ ਦੇ ਵਿੱਚ ਪੱਕੀ ਕਰ ਲਈਏ ਕਿ ਆਪਾਂ ਤੇ ਬਹੁਤ ਮਾੜੇ ਸੀਗੇ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੇ ਇਹ ਬਹੁਤ ਮਾੜੇ ਸੀਗੇ, ਇਸ ਵਾਸਤੇ ਸਾਨੂੰ ਕੱਢ ਦਿੱਤਾ ਹੈ। ਤੇ ਮਿਹਰਬਾਨੀ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਵਕਤਾ ਆਉਂਦੇ ਨੇ, ਕਦੀ ਆਉਂਦੇ ਨੇ, ਅੱਜ ਪਤਾ ਨਹੀਂ ਕਿੱਦਾਂ ਆ ਗਏ ਐਸੇ ਸੈਂਸਿਟਿਵ ਸਬਜੈਕਟ ਉੱਤੇ, ਆਉਣਾ ਤੇ ਨਹੀਂ ਸੀਗਾ ਉਹਨਾਂ ਨੇ, ਉਹਨਾਂ ਨੂੰ ਕਹਿ ਦਿਓ ਕਿ ਉਹ ਅੱਜ ਦੀ ਗੱਲ ਕਰਿਆ ਕਰਨ, ਪਿੱਛੇ ਦੀਆਂ ਗੱਲਾਂ ਰਹਿਣ ਦੇਣ ਤੇ ਜਿਹੜੀ ਸਖਤੀ ਸੁਖਤੀ ਕਰ ਰਹੀ ਉਹ ਛੱਡੋ। ਮੈਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਗਰਗ ਜੀ ਨੂੰ ਕਹੋ ਕਿ 4-5 ਚੀਜ਼ਾਂ ਮੇਰੀਆਂ ਨੋਟ ਕਰ ਲੈਣ। ਪਹਿਲੀ ਗੱਲ, ਗੈਂਗਸਟਰਿਜ਼ਮ ਕਿੱਥੇ ਸ਼ੁਰੂ ਹੁੰਦੀ ਹੈ? ਵੀਕ ਗਵਰਨਮੈਂਟ ਜਿੱਥੇ ਹੋਏ ਉੱਥੇ ਸ਼ੁਰੂ ਹੁੰਦੀ ਹੈ, ਜਿੱਥੇ ਟੈਨਰਸ ਲਾਅ ਐਂਡ ਆਰਡਰ ਹੋਏ ਉੱਥੇ ਸ਼ੁਰੂ ਹੁੰਦੀ ਹੈ, ਜਿੱਥੇ ਪੁਲਿਸ ਪ੍ਰੋਟੈਕਸ਼ਨ ਤੇ ਪੁਲਿਸ ਕਨਾਈਵੈਂਸ ਉੱਥੇ ਹੋਏ ਤੇ ਜਿੱਥੇ ਆਪਰੇਟਿੰਗ ਮਾਫੀਆਜ਼ ਹੋਣ ਉੱਥੇ ਹੋਏ।
ਤੇ ਵੀਕ ਗਵਰਨਮੈਂਟ ਤੇ ਇਹਨਾਂ ਦੀ ਆਲਰੇਡੀ ਪ੍ਰੂਵਨ ਹੈ ਕਿ ਵੀਕ ਗਵਰਨਮੈਂਟ ਹੈਗੀ ਹੈ ਤੇ ਟੈਨੂਅਸ ਲਾਅ ਐਂਡ ਆਰਡਰ ਸਿਚੁਏਸ਼ਨ ਇਹ ਸੰਭਾਲ ਨਹੀਂ ਸਕਦੇ। ਤੇ ਫਿਰ ਮੈਂ ਇਹਨਾਂ ਨੂੰ ਇਹ ਪੁੱਛਣਾ ਕਿ ਇਹ ਹੁਣ ਇੱਕ ਇੱਕ ਕਰਕੇ ਦੱਸਣ, ਜਿੱਦਾਂ ਰਾਈਟ ਟੂ ਇਨਫੋਰਮੇਸ਼ਨ ਐਕਟ ਮੈਂ ਇਹਨਾਂ ਨੂੰ ਪੁੱਛ ਰਿਹਾ ਕਿ ਇਹਨਾਂ ਨੇ ਪੁਲਿਸ ਫੋਰਸ ਨੂੰ ਕਿੰਨਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਿਛਲੇ 6 ਮਹੀਨਿਆਂ ਦੇ ਵਿੱਚ। ਪੁਲਿਸ ਫੋਰਸ ਨੂੰ ਬੈਟਰ ਟੈਕਨੋਲੋਜੀ ਤੇ ਬੈਟਰ ਇਕਵਿਪਮੈਂਟ ਇਹਨਾਂ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਹੈ ਜੀ, ਕਿ ਇਹਨਾਂ ਨੇ ਮਲਟੀ ਏਜੰਸੀ ਸੈਂਟਰ ਖੋਲਿਆ ਕਿ ਨਹੀਂ ਖੋਲਿਆ। ਜਿਹੜਾ ਹੈਲੀਕਾਪਟਰ ਐਡਾ ਜ਼ਿਆਦਾ ਯੂਜ਼ ਕਰਦੇ ਨੇ ਇਹਨਾਂ ਦੇ ਭਗਵੰਤ ਮਾਨ ਜੀ, ਪੁਲਿਸ ਫੋਰਸ ਦੇ ਵਿੱਚ ਇਹਨਾਂ ਨੇ ਕੋਈ ਹੈਲੀਕਾਪਟਰਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕੰਸੀਡਰਿੰਗ ਦ ਸਿਚੁਏਸ਼ਨ। ਹੌਟ ਪਰਸੂਟ ਦੇ ਵਾਸਤੇ ਇਹਨਾਂ ਨੇ ਦੂਸਰੇ ਨਾਲ ਦੀਆਂ ਸਟੇਟਸ ਦੇ ਨਾਲ ਕੋਈ ਗੱਲਬਾਤ ਕੀਤੀ ਹੈ ਕਿ ਨਹੀਂ ਕੀਤੀ ਹੈ, ਤੇ ਕੋਆਰਡੀਨੇਸ਼ਨ ਦੇ ਵਾਸਤੇ ਸੈਂਟਰ ਦੇ ਨਾਲ ਕੀ ਕਰ ਰਹੇ ਨੇ। ਤੇ ਬੇਸਿਕਲੀ ਟੈਕਨੋਲੋਜੀ ਦਾ ਯੂਜ਼, ਡਰੋਨਸ ਦਾ ਯੂਜ਼ ਕਰਕੇ ਤੇ ਉਹਨਾਂ ਦੇ ਉੱਤੇ ਗੈਂਗਸਟਰਸ ਨੂੰ ਫੜਨ ਦੇ ਵਾਸਤੇ ਇਹਨਾਂ ਨੇ ਕਿੰਨੇ ਕੁ ਡਰੋਨ ਹੁਣ ਖਰੀਦ ਲਏ ਨੇ। ਨੀਲ ਗਰਗ ਜੀ ਨੂੰ ਕਹੋ ਕਿ ਅੱਜ ਇੱਥੇ ਅਗਰ ਬਹਿ ਹੀ ਗਏ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕ ਇੱਕ ਕਰਕੇ ਜਵਾਬ ਦੇਣ। ਠੀਕ ਹੈ, ਚਲੋ ਹੁਣ ਨੀਲ ਗਰਗ ਜੀ ਦਾ ਰੁਖ ਕਰਦੇ ਹਾਂ। ਨੀਲ ਗਰਗ ਜੀ, ਬਹੁਤ ਸਾਰੇ ਸਵਾਲ ਤੁਹਾਡੇ ਤੱਕ ਪਹੁੰਚ ਗਏ ਨੇ। ਮੈਂ ਜੈਬੰਸ਼ ਜੀ ਵਾਲੇ ਸਵਾਲ ਤੋਂ ਹੀ ਸ਼ੁਰੂ ਕਰਦਾ ਹਾਂ। ਉਹ ਕਹਿੰਦੇ ਕਿ ਤੁਸੀਂ 6 ਮਹੀਨੇ ਦੇ ਵਿੱਚ ਦੱਸੋ ਕਿ ਕੀ ਕੁਝ ਪੁਲਿਸ ਨੂੰ ਮਜ਼ਬੂਤ ਕਰਨ ਦੇ ਲਈ ਕਰ ਰਹੇ ਹੋ। ਗੈਂਗਸਟਰਵਾਦ ਦਾ ਆਪਾਂ ਜ਼ਿਕਰ ਕਰਾਂਗੇ ਨਾਲ ਨਾਲ। ਦੇਖੋ ਗੌਰਵ ਜੀ, ਇਹਨਾਂ ਜਿਹੜਾ ਪੋਲੀਟੀਕਲ ਪਾਰਟੀਆਂ ਦਾ ਇੱਕ ਕੰਸਟਰਕਟਿਵ ਜਿਹੜਾ ਰੋਲ ਹੈ ਉਹ ਪਲੇ ਕਰਦੇ ਹੋਣ ਤਾਂ ਮੇਰਾ ਖਿਆਲ ਹੈ ਲੋਕ ਵੀ ਇਹਨਾਂ ਨੂੰ ਲਾਈਕ ਕਰਨਗੇ। ਇਹਨਾਂ ਨੂੰ ਸਿਰਫ ਨਿੰਦਿਆ, ਇਲਜ਼ਾਮ ਤਰਾਸ਼ੀ ਤੋਂ ਇਲਾਵਾ ਨੀਂਦ ਨਹੀਂ ਆਉਂਦੀ। ਇਹ ਅੱਜ ਦੀਆਂ ਗੱਲਾਂ ਬਾਤਾਂ ਤੋਂ ਬਿਲਕੁਲ ਤੁਹਾਡੇ ਸਾਹਮਣੇ ਆ ਗਿਆ। ਔਰ ਤੁਸੀਂ ਮੈਨੂੰ ਦੇਖੋ ਕਿ 6 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 200 ਤੋਂ ਵੱਧ ਜਿਹੜੇ ਗੈਂਗਸਟਰ ਹੈ ਉਹ ਗ੍ਰਿਫਤਾਰ ਹੋਏ ਨੇ। ਤੁਸੀਂ ਮਤਲਬ ਇੱਥੇ ਧਾਰਨੀ ਸਾਹਿਬ ਨੇ ਇੱਕ ਜ਼ਿਕਰ ਕੀਤਾ ਸੀ ਦੀਪਕ ਟਿੰਨੂ ਦਾ ਜੋ ਫਰਾਰ ਹੋਇਆ ਪਿਛਲੇ ਦਿਨਾਂ ਦੇ ਵਿੱਚ। ਇਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਨੇ। ਉਦੋਂ ਤੁਸੀਂ ਦੱਸੋ ਇੰਨੀ ਜਲਦੀ ਦੇ ਨਾਲ ਜੋ ਇਨਵੋਲਵ ਸੀ ਉਹਨੂੰ ਫੜ ਕੇ ਜਿਹੜਾ CIA ਦਾ ਇੰਚਾਰਜ ਸੀ ਉਹਦਾ 2 ਵਾਰੀ ਰਿਮਾਂਡ ਵੀ ਲੈ ਲਿਆ। ਉਹਦੇ ਵਿੱਚ ਹੋਰ ਕਿੱਥੋਂ ਤੱਕ ਤਾਰਾਂ ਜਾਂਦੀਆਂ। ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਨਿਰਪੱਖ ਤੌਰ ਤੇ DGP ਸਾਹਿਬ ਨੇ ਇੱਥੇ ਲਗਾਤਾ, ਕਿਉਂਕਿ ਇਹਦੇ 'ਚ ਪੋਲੀਟੀਕਲ ਇੰਟਰਫੇਰੈਂਸ ਕੋਈ ਨਹੀਂ ਹੈਗੀ। ਇਹ ਗੱਲ ਸਿਰਫ ਸਾਡੇ ਦੇ ਸਵਾਲ ਉਠਾਉਣਾ ਜਾਣਦੇ ਆ। ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ, ਇਹ ਪੜ੍ਹ ਲੈਣ ਜਾ ਕੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਹੈਗੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਜਿਹੜੀ ਉਹ ਕੋਈ ਆਮ ਆਦਮੀ ਪਾਰਟੀ ਦੀ ਏਜੰਸੀ ਨਹੀਂ ਹੈਗੀ ਹੈ, ਉਹ ਕੇਂਦਰ ਸਰਕਾਰ ਦੀ ਏਜੰਸੀ ਹੈ। ਉਹ ਦੱਸਦੀ ਹੈਗੀ ਹੈ, ਚਾਹੇ ਉਹ ਮੱਧ ਪ੍ਰਦੇਸ਼ ਹੋਵੇ, ਚਾਹੇ ਉਹ UP ਹੋਵੇ, ਚਾਹੇ ਉਹ ਰਾਜਸਥਾਨ ਹੋਵੇ, ਚਾਹੇ ਉਹ ਉੱਤਰਾਖੰਡ ਹੋਵੇ ਜਾਂ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ, ਜੇ ਸਭ ਤੋਂ ਵੱਧ ਜਿਹੜਾ ਕ੍ਰਾਈਮ ਹੈਗਾ ਤਾਂ ਇਹਨਾਂ ਸਰਕਾਰਾਂ ਦੇ ਵਿੱਚ ਹੈਗਾ। ਔਰ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਮੁਕਾਬਲੇ 13 ਗੁਣਾ ਘੱਟ ਜਿਹੜਾ ਉਹ ਕ੍ਰਾਈਮ ਹੈਗਾ। ਇਹ ਚੀਜ਼ ਪੜ੍ਹ ਕੇ ਆਇਆ ਕਰਨ, ਸਾਡੀ ਏਜੰਸੀ ਨਹੀਂ ਹੈਗੀ ਹੈ। ਔਰ ਦੂਸਰੀ ਗੱਲ, ਆਪਾਂ ਹੋਰ ਥੋੜਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਸਾਰੇ ਸਵਾਲਾਂ ਦੇ ਜਵਾਬ ਲੈ ਸਕਾਂ। ਮੈਂ ਇੱਕ ਪੁਆਇੰਟ ਦੇ ਉੱਤੇ ਆ ਰਿਹਾ। ਮੈਂ ਤਾਂ ਸਰ ਬਿਲਕੁਲ ਮੈਂ ਉਸੇ ਤੇ ਆ ਰਿਹਾ ਸਰ। ਮੈਂ ਜਦੋਂ ਪੁਸ਼ਤ ਪਨਾਹੀ ਦਾ ਜ਼ਿਕਰ ਹੁੰਦਾ ਹੈ, ਇੱਕ ਚੀਜ਼ ਦਾ ਜਵਾਬ ਦੇ ਜ਼ਿਕਰ ਹੁੰਦਾ ਹੈ ਤਾਂ ਸਵਾਲ ਉਹੀ ਹੈ ਕਿ ਜੇਕਰ ਇੱਕ ਗੈਂਗਸਟਰ ਭੱਜਿਆ ਤਾਂ ਕੀ ਇਸ ਵਾਰ ਉਸ ਨੂੰ ਕੋਈ ਸਿਆਸੀ ਪੁਸ਼ਤ ਪਨਾਹੀ ਨਹੀਂ ਸੀ? ਬਿਲਕੁਲ ਇਸ ਸਰਕਾਰ ਦੇ ਵਿੱਚ ਕਿਸੇ ਵੀ ਲੀਡਰ ਦਾ, ਕਿਸੇ MLA ਦਾ, ਕਿਸੇ MP ਦਾ ਕਿਸੇ ਤਰ੍ਹਾਂ ਦੀ ਕੋਈ ਪੁਸ਼ਤ ਪਨਾਹੀ ਅੱਜ ਦੀ ਡੇਟ 'ਚ ਕਿਸੇ ਡਰੱਗ ਤਸਕਰ ਨੂੰ, ਕਿਸੇ ਗੈਂਗਸਟਰ ਨੂੰ ਨਹੀਂ ਹੋ ਰਹੀ। ਠੀਕ ਹੈ ਨਾ। ਇਸੇ ਕਰਕੇ ਤੁਸੀਂ ਦੇਖੋ ਉਹ ਦੀਪਕ ਟਿੰਨੂ ਭੱਜਿਆ, ਨਾਲੋਂ ਨਾਲ ਗ੍ਰਿਫਤਾਰੀ ਹੋਈ, ਨਾਲੋਂ ਨਾਲ 2 ਵਾਰ ਰਿਮਾਂਡ ਲਿਆ ਗਿਆ। ਜਦ ਕਿ ਇਹਨਾਂ ਦੇ ਸਮੇਂ ਦੇ ਵਿੱਚ ਕੀ ਹੁੰਦਾ ਸੀ, 60 ਬੰਦੇ ਤੇ ਕੇਸ ਚੱਲਦੇ ਹੁੰਦੇ ਸੀ, ਕਦੇ ਰਿਮਾਂਡ ਲਿਆ। ਔਰ ਦੂਸਰੇ ਬੰਨੇ ਬਲਕਿ ਇਹ ਤਾਂ UP ਵਾਲਿਆਂ ਨੂੰ ਲਿਆ ਕੇ ਇੱਥੇ ਮਤਲਬ ਉਹਨਾਂ ਨੂੰ ਪ੍ਰੋਨਚਾਰੀ ਉਹਨਾਂ ਦੀ ਕਰਦੇ ਹੁੰਦੇ ਸੀ। ਵੀ ਅਜੇ ਸਵਾਲ ਸਟੈਂਡ ਕਰਦਾ। ਥੋੜਾ ਜਿਹਾ ਟਾਈਮ ਦਿਓ ਸਰ, ਥੋੜਾ ਜਿਹਾ ਟਾਈਮ ਦਿਓ ਧਾਰਨੀ ਸਾਹਿਬ। ਦੇਖੋ ਮੈਂ ਨਾ ਨੀਲ ਗਰਗ ਜੀ ਦੀਆਂ ਗੱਲਾਂ ਤੋਂ ਨਾ ਹੈਰਾਨ ਹੋ ਰਿਹਾ ਹੈਗਾ। ਪਹਿਲੀ ਗੱਲ ਤਾਂ ਦੇਖੋ ਕਿ ਜਦੋਂ ਨਾ ਮੁਗਲ ਰਾਜ ਖਤਮ ਹੋਇਆ ਉਹਦੇ ਪਿੱਛੇ ਇਹੀ ਕੁਝ ਸੀ ਕਿ ਰੋਮ ਜਲ ਰਹਾ ਹੈ, ਨੀਰੋ ਬੰਸਰੀ ਵਜਾ ਰਹਾ ਹੈ। ਔਰ ਇਹਨਾਂ ਦਾ ਵੀ ਕੰਮ ਇਹੀ ਹੈਗਾ ਕਿ ਪੰਜਾਬ ਜਲ ਰਿਹਾ ਔਰ ਇਹ ਗਰਬਾ ਖੇਲਦੇ ਜਿਹੜੇ ਹੈਗੇ ਗੁਜਰਾਤ ਦੇ ਵਿੱਚ ਘੁੰਮਦੇ ਫਿਰਦੇ ਹੈਗੇ। ਮੈਂ ਇਹ ਪੁੱਛਦਾ ਇਹਨਾਂ ਨੇ ਦੀਪਕ ਟਿੰਨੂ ਵਾਲੇ ਮਾਮਲੇ 'ਚ ਗੱਲ ਕੀਤੀ। ਇੱਕ ਪੋਲੀਟੀਕਲ ਬੰਦੇ ਹੀ ਨਹੀਂ ਹੈਗੇ, ਬਿਊਰੋਕ੍ਰੇਸੀ ਦੇ ਨਾਲ ਜਿਹੜੀ ਹੁੰਦੀ ਹੈ ਉਹਦਾ ਵੀ ਰੋਲ ਹੋਇਆ ਕਰਦਾ ਹੈ। ਮੈਂ ਪੁੱਛਦਾ ਕਿ ਇੰਸਪੈਕਟਰ ਅਲਟੀਮੇਟ ਪਾਵਰ ਹੈਗੀ ਆ ਕਿ SPD ਦਾ ਜਿਹੜਾ ਹੈਗਾ ਡਿਟੈਕਟਿਵ ਦੇ ਨਾਲ ਕੋਈ ਤਲਕ ਨਹੀਂ, ਕਿ DSPD ਦਾ ਡਿਟੈਕਟਿਵ ਨਾਲ ਕੋਈ ਤਲਕ ਨਹੀਂ, ਕਿ SSP ਨੂੰ ਜਿਹੜਾ ਇਹਨਾਂ ਨੇ ਕੋਈ ਪੁੱਛਗਿੱਛ ਜਾਂ ਨੋਟਿਸ ਵਗੈਰਾ ਕੁਝ ਦਿੱਤਾ ਜਾਂ ਨਹੀਂ। ਨੰਬਰ 2 ਤੇ ਮੈਂ ਇਹ ਪੁੱਛਦਾ ਕਿ ਜਿੰਨੇ ਗੈਂਗਸਟਰ ਫੜੇ ਗਏ ਜਿਹਨਾਂ ਦੀ ਇਹ ਗੱਲ ਕਰਦੇ ਆ ਉਹ ਇਨਫੋਰਮੇਸ਼ਨ ਦਿੱਲੀ STF ਦੀ ਹੈਗੀ ਆ। ਨੰਬਰ 1 ਨੋਟ ਕਰ ਲੈਣਾ। ਨੰਬਰ 2, ਇੱਕ ਕੱਲ ਤੁਹਾਨੂੰ ਪਤਾ ਇੱਕ ਖੁਲਾਸਾ ਹੋਇਆ ਹੈਗਾ STF ਵੱਲੋਂ ਕਿ ਜਿਹੜਾ ਮੋਹਾਲੀ ਦੇ ਵਿੱਚ ਰਾਕਟ ਲਾਂਚਰ ਵੀ ਮਾਰਿਆ ਗਿਆ, ਉਹ ਵੀ ਉਹਨਾਂ ਨੇ ਖੁਲਾਸਾ ਕੀਤਾ ਜਿਹਦੇ ਵਿੱਚ 2 ਮਾਈਨਰ ਮੁੰਡੇ ਜਿਹੜੇ ਹੈਗੇ ਆ
ਠੀਕ ਹੈ, ਚਲੋ। ਹੈਗੇ ਆ। ਤੀਜੀ ਇੱਕ ਸੈਕਿੰਡ ਜੀ, ਜੀ। ਤੀਜੀ ਗੱਲ ਜੀ। ਇਹਨਾਂ ਨੂੰ ਪੁੱਛੋ, ਅੱਜ ਬੇਗੋਵਾਲ ਦੇ ਵਿੱਚ ਇੱਕ ਪਿਓ ਨੇ ਆਪਣੀ ਧੀ ਨੂੰ ਛੇੜਨ ਵਾਲੇ ਮੁੰਡੇ ਨੂੰ, ਪਟਾਕੇ ਵਜਾਉਣ ਵਾਲੇ ਮੁੰਡੇ ਨੂੰ ਜਦੋਂ ਰੋਕਿਆ ਤਾਂ ਉਸਨੇ ਉਹਦਾ ਕਤਲ ਕਰਤਾ। ਇਹਦੇ ਵਿੱਚ ਹੁਣ ਹਾਲਾਤ ਜਿਹੜੇ ਹੈਗੇ ਆ, ਇਹ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ। ਠੀਕ ਹੈ, ਜਵਾਬ ਲੈਣ ਦੋ ਛੋਟਾ ਜਿਹਾ। ਗਰਗ ਸਾਹਿਬ ਛੋਟਾ ਜਿਹਾ ਜਵਾਬ ਰੱਖਿਓ। ਦੇਖੋ, ਲਾਅ ਐਂਡ ਆਰਡਰ ਨੂੰ ਲੈ ਕੇ ਖੜਿਆਲ ਸਾਹਿਬ ਨੇ ਵੀ ਸਵਾਲ ਚੁੱਕੇ ਸੀ। ਲਾਅ ਐਂਡ ਆਰਡਰ ਉਸ ਤਰੀਕੇ ਨਾਲ ਨਹੀਂ ਹੈ, ਬ੍ਰੇਕ ਹੋਇਆ। ਦੇਖੋ ਗੌਰਵ ਜੀ, ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ, ਜੇ ਸਿਰਫ ਨਿੰਦਿਆ ਕਰਨੀ ਹੈ ਇੱਥੇ ਬੈਠ ਕੇ ਕੁਝ ਮਰਜ਼ੀ ਕਰੀ ਚੱਲੋ। ਅੱਜ ਮੈਂ ਹਾਲਾਤ ਇਹ ਹੈਗੇ ਆ, 200 ਤੋਂ ਵੱਧ ਗੈਂਗਸਟਰ ਫੜੇ ਜਾ ਚੁੱਕੇ ਹੈਗੇ ਆ, ਔਰ ਗੈਂਗਸਟਰਾਂ ਦੇ ਜਿਹੜੇ ਇਦਾਂ ਦੇ ਵਾਰਦਾਤਾਂ ਸੀ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਮੀ ਆਈ ਹੈ, ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਕਮਿਟਡ ਹੈਗੀ ਹੈ ਇਸ ਨੂੰ ਕਾਬੂ ਕਰਨ ਵਾਸਤੇ। ਮੈਂ ਇੱਕ ਧਾਰਨੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਸੁੱਖਾ ਕਾਲਵਾ ਦਾ ਕੇਸ ਵੀ ਯਾਦ ਕਰ ਲਓ, ਜਿਹੜੀ ਕਿ ਨਾਭਾ ਦੀ ਜਿਹੜੀ ਜੇਲ੍ਹ ਬ੍ਰੇਕ ਹੋਈ ਸੀ ਉਹ ਵੀ ਯਾਦ ਕਰ ਲਓ, ਉਹਦੇ ਤੇ ਵੀ ਕੁਝ ਦੱਸ ਦਿਓ। ਮੈਂ ਦੂਸਰੀ ਗੱਲ, ਇਹਨਾਂ ਨੇ ਪਬਲਿਕ ਉਸ ਦੇ ਵਿੱਚ ਬਹੁਤ ਸਾਰੇ ਬਿਊਰੋਕਰੈਟਸ ਦਾ ਨਾਮ ਲਿਆ ਹੈਗਾ।